ਮਾਨਸਿਕ ਸ਼ਕਤੀ ਨੂੰ ਮਜ਼ਬੂਤ ਬਣਾਓ। ਸਾਡੀ ਸਹੀ ਜਾਂ ਗਲਤ ਸੋਚ ਹੀ ਸਾਨੂੰ ਮਾਰਗ ਤੇ ਲੈ ਜਾਂਦੀ ਹੈ। ਜੇਕਰ ਅਸੀਂ ਗਲਤ ਸੋਚਾਂਗੇ, ਗਲਤ ਰਸਤੇ ਤੇ ਸਾਡੇ ਕਦਮ ਉੱਠਣਗੇ। ਪਰ ਜੇਕਰ ਸਾਡੀ ਸੋਚ ਸਹੀ ਹੈ ਤਾਂ ਅਸੀਂ ਕਦੇ ਵੀ ਗਲਤ ਰਸਤੇ ਤੇ ਜਾਣ ਲਈ ਤਿਆਰ ਨਹੀਂ ਹੋਵਾਂਗੇ। ਇਸ ਲਈ ਸਾਨੂੰ ਹਮੇਸ਼ਾ ਸੱਚੀ, ਪਵਿੱਤਰ ਅਤੇ ਮਨ ਤੇ ਦਿਮਾਗ ਨੂੰ ਠੀਕ ਤਰ੍ਹਾਂ ਪ੍ਰਭਾਵਿਤ ਕਰਨ ਵਾਲੀਆਂ ਗੱਲਾਂ ਹੀ ਸੋਚਣੀਆਂ ਚਾਹੀਦੀਆਂ ਹਨ, ਕਿਉਂਕਿ ਹਰ ਪ੍ਰਕਾਰ ਦੀਆਂ ਗੱਲਾਂ ਦਾ ਪ੍ਰਭਾਵ ਦਿਮਾਗ ਤੇ ਪੈਂਦਾ ਹੈ। ਅਸੀਂ ਕਿਹੋ ਜਿਹਾ ਵਿਚਾਰ ਕਰਦੇ ਹਾਂ, ਉਸੇ ਦੇ ਅਨੁਰੂਪ ਹੀ ਸਾਡੇ ਦਿਮਾਗ ਵਿੱਚ ਪ੍ਰਤੀਬਿੰਬ ਬਣਦੇ ਹਨ। ਇਹ ਪ੍ਰਤੀਬਿੰਬ ਸਾਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਆਧੁਨਿਕ ਮਨੋਵਿਗਿਆਨਕਾਂ ਨੇ ਇਹ ਗੱਲ ਸਿੱਧ ਕਰ ਦਿੱਤੀ ਹੈ, ਜੇਕਰ ਮਨ ਵਿੱਚ ਦੂਸ਼ਿਤ ਜਾਂ ਅਸ਼ੁੱਧ ਵਿਚਾਰ ਆਉਂਦੇ ਹਨ ਤਾਂ ਸਾਡਾ ਸਰੀਰ ਕੰਬਦਾ ਹੈ ਅਤੇ ਸਾਡੇ ਖੂਨ ਵਿੱਚ ਵੱਖ-ਵੱਖ ਤਰ੍ਹਾਂ ਦੇ ਵਿਕਾਰ ਪੈਦਾ ਹੋ ਜਾਂਦੇ ਹਨ। ਉਦਾਹਰਨ ਦੇ ਲਈ, ਜੇਕਰ ਅਸੀਂ ਕ੍ਰੋਧ ਵਿੱਚ ਹੁੰਦੇ ਹਾਂ ਤਾਂ ਸਾਡੇ ਦਿਮਾਗ ਤੇ ਸਰੀਰ ਦਾ ਖੂਨ ਤੇਜ਼ੀ ਨਾਲ ਦੌੜਦਾ ਹੈ। ਉਸ ਵਿੱਚੋਂ ਗਰਮੀ ਦੀਆਂ ਤਰੰਗਾਂ ਉੱਠਦੀਆਂ ਹਨ ਜੋ ਸਰੀਰ ਵਿੱਚ ਫੋੜੇ, ਫਿੰਸੀਆਂ ਜਾਂ ਬੁਖਾਰ ਆਦਿ ਪੈਦਾ ਕਰ ਦਿੰਦੀਆਂ ਹਨ। ਇਸ ਤਰ੍ਹਾਂ ਸਾਡੇ ਸਰੀਰ ਦਾ ਸਾਰਾ ਖੂਨ ਦੂਸ਼ਿਤ ਅੰਸ਼ਾਂ ਵਿੱਚ ਬਦਲ ਜਾਂਦਾ ਹੈ। ਇਹ ਅੰਸ਼ ਪਾਚਨ ਕਿਰਿਆ ਨੂੰ ਵੀ ਪ੍ਰਭਾਵਿਤ ਕਰਦੇ ਹਨ। ਫਿਰ ਜਦੋਂ ਪਾਚਨ ਕਿਰਿਆ ਵਿਗੜ ਜਾਂਦੀ ਹੈ ਤਾਂ ਪੂਰਾ ਸਰੀਰ ਕਮਜ਼ੋਰ ਅਤੇ ਸ਼ਕਤੀਹੀਣ ਹੋ ਜਾਂਦਾ ਹੈ। ਸਰੀਰ ਦੀ ਕਮਜ਼ੋਰੀ ਚਿਹਰੇ ਤੇ ਪਹੁੰਚਦੀ ਹੈ ਅਤੇ ਅਸੀਂ ਕਾਫੀ ਦਿਨਾਂ ਤੱਕ ਕਾਂਤੀਹੀਣ ਹੋ ਜਾਂਦੇ ਹਾਂ। ਇਸ ਲਈ ਬੁਰੇ ਵਿਚਾਰਾਂ ਨੂੰ ਹਮੇਸ਼ਾ ਦੂਰ ਰੱਖਣਾ ਚਾਹੀਦਾ ਹੈ। ਵਿਗਿਆਨਕਾਂ ਨੇ ਇਹ ਸਿੱਧ ਕਰ ਦਿੱਤਾ ਹੈ ਕਿ ਜਦੋਂ ਸਾਡੇ ਦਿਮਾਗ ਵਿੱਚ ਬੁਰੇ ਵਿਚਾਰ ਉੱਭਰਦੇ ਹਨ ਤਾਂ ਦਿਮਾਗ ਦੇ ਕੁਝ ਤੰਤੂ ਵਿਗੜ ਜਾਂਦੇ ਹਨ। ਕੁਝ ਪਲਾਂ ਬਾਅਦ ਗ੍ਰੰਥੀਆਂ ਵਿੱਚ ਰਸਾਇਣਕ ਬਦਲਾਅ ਆ ਜਾਂਦਾ ਹੈ ਜੋ ਖੂਨ ਨੂੰ ਗੰਦਾ ਕਰ ਦਿੰਦਾ ਹੈ। ਕੁਝ ਦੇਰ ਮਗਰੋਂ ਜਦੋਂ ਰਸਾਇਣਕ ਕਿਰਿਆਵਾਂ ਨਵੇਂ ਵਿਚਾਰਾਂ ਨਾਲ ਓਤ-ਪ੍ਰੋਤ ਹੁੰਦੀਆਂ ਤਾਂ ਗੰਦਗੀ ਦੂਰ ਹੋ ਜਾਂਦੀ। ਇਸ ਲਈ ਸਾਰੇ ਵਿਦਵਾਨ ਇੱਕੋ ਸੁਰ ਵਿੱਚ ਇਹੀ ਕਹਿੰਦੇ ਹਨ ਕਿ ਮਨ ਮਸਤਕ ਵਿੱਚ ਖੁਸ਼ੀ ਅਤੇ ਉਤਸ਼ਾਹ ਦੇ ਵਿਚਾਰਾਂ ਨੂੰ ਥਾਂ ਦੇਣੀ ਚਾਹੀਦੀ ਹੈ, ਕਿਉਂਕਿ ਇਹ ਵਿਚਾਰ ਹੀ ਮਨੁੱਖ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ। ਇਨ੍ਹਾਂ ਕੰਮਾਂ ਦੀ ਗੱਡੀ ਵਿੱਚ ਸਵਾਰ ਹੋ ਕੇ ਵਿਅਕਤੀ ਦਿਨ ਦੁੱਗਣੀ ਤੇ ਰਾਤ ਚੌਗਣੀ ਮਿਹਨਤ ਕਰਦਾ ਹੈ ਅਤੇ ਧਨਵਾਨ ਬਣ ਜਾਂਦਾ ਹੈ। ਇਸ ਲਈ ਸਾਨੂੰ ਲੋਭ, ਮੋਹ, ਕ੍ਰੋਧ, ਅਪਰਾਧੀ ਵਿਚਾਰਾਂ ਆਦਿ ਤੋਂ ਸਦਾ ਬਚਣਾ ਚਾਹੀਦਾ ਹੈ। ਖੁਸ਼ੀ ਦੇ ਵਿਚਾਰ ਸਰੀਰ ਨੂੰ ਉਤਸ਼ਾਹਿਤ ਕਰਦੇ ਹਨ। ਸਰੀਰ ਵਿੱਚ ਨਵੀਂ ਤਾਜ਼ਗੀ, ਨਵੀਂ ਫੁਰਤੀ ਅਤੇ ਨਵੀਂ ਉਮੰਗ ਦੀਆਂ ਕਿਰਨਾਂ ਫੁੱਟਣ ਲੱਗਦੀਆਂ ਹਨ। ਡਾਕਟਰ ਮੈਕਾਰਥੇ ਨੇ ਕਿਹਾ ਹੈ ਕਿ ਚੰਗੇ ਵਿਚਾਰ ਸਰੀਰ ਨੂੰ ਪਵਿੱਤਰ ਅਤੇ ਕਿਰਿਆਸ਼ੀਲ ਬਣਾਉਂਦੇ ਹਨ। ਇਹਨਾਂ ਦੇ ਕਾਰਨ ਅਸੀਂ ਤੰਦਰੁਸਤ ਅਤੇ ਸੁਖੀ ਰਹਿੰਦੇ ਹਾਂ। ਸਾਡਾ ਸਾਰਾ ਜੀਵਨ ਖੁਸ਼ੀਆਂ ਵਿੱਚ ਬੀਤਦਾ ਹੈ। ਇਸ ਦੇ ਉਲਟ ਬੁਰੇ ਅਤੇ ਅਸ਼ੁੱਧ ਵਿਚਾਰ ਸਾਡੀ ਕਿਰਿਆਸ਼ੀਲਤਾ ਨੂੰ ਹੌਲੀ ਕਰ ਦਿੰਦੇ ਹਨ, ਜਿਸ ਕਾਰਨ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ। ਡਾਕਟਰ ਬਰਨ ਦਾ ਇਹ ਕਥਨ ਵਰਣਨਯੋਗ ਹੈ ਕਿ ਇਸ ਸੰਸਾਰ ਵਿੱਚ ਕੋਈ ਵੀ ਮਨੁੱਖ ਪੂਰੀ ਤਰ੍ਹਾਂ ਨਿਰੋਗ ਨਹੀਂ ਹੈ। ਸਰੀਰਕ ਦ੍ਰਿਸ਼ਟੀ ਨਾਲ ਜੇਕਰ ਉਹ ਪੂਰਨ ਰੂਪ ਨਾਲ ਸਵਸਥ ਹੈ ਤਾਂ ਵੀ ਕੋਈ ਨਾ ਕੋਈ ਮਾਨਸਿਕ ਵਿਕਾਰ ਉਸ ਵਿੱਚ ਜ਼ਰੂਰ ਹੈ। ਡਾਕਟਰ ਬਰਨ ਦੇ ਇਸ ਕਥਨ ਦੀ ਸੱਚਾਈ ਤੋਂ ਭਲਾ ਕੌਣ ਇਨਕਾਰ ਕਰ ਸਕਦਾ ਹੈ। ਇਹੀ ਮਾਨਸਿਕ ਵਿਕਾਰ ਬਹੁਤਿਆਂ ਨੂੰ ਜੀਵਨ ਵਿੱਚ ਤਰੱਕੀ ਨਹੀਂ ਕਰਨ ਦਿੰਦੇ। ਤੁਸੀਂ ਆਪਣੇ ਆਸ-ਪਾਸ ਦੇ ਸਮਾਜ ਵਿੱਚ ਆਮ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਲੋਕ ਜੋ ਇੱਕ ਤੋਂ ਵੱਧ ਇੱਕ ਯੋਗਤਾ ਰੱਖਦੇ ਹਨ ਪਰ ਆਪਣੇ ਰੁੱਖੇ ਸੁਭਾਅ ਜਾਂ ਹੰਕਾਰ ਦੇ ਕਾਰਨ ਤਰੱਕੀ ਨਹੀਂ ਕਰ ਸਕਦੇ, ਜਾਂ ਜਿੱਥੇ ਹਨ ਜਿਵੇਂ ਦੇ ਹਨ ਉੱਥੇ ਹੀ ਪਏ ਹਨ। ਕੁਝ ਲੋਕ ਲੋੜ ਤੋਂ ਵੱਧ ਹੈਂਕੜਬਾਜ਼ ਹੁੰਦੇ ਹਨ, ਇਸ ਕਰਕੇ ਕਿਸੇ ਇੱਕ ਥਾਂ ਤੇ ਟਿਕ ਨਹੀਂ ਸਕਦੇ। ਕੁਝ ਲੋਕ ਸਨਕੀ ਕਿਸਮ ਦੇ ਹੁੰਦੇ ਹਨ। ਕਹਿਣ ਦਾ ਭਾਵ ਇਹ ਕਿ ਕੋਈ ਨਾ ਕੋਈ ਮਾਨਸਿਕ ਵਿਕਾਰ ਸਾਰਿਆਂ ਵਿੱਚ ਹੁੰਦਾ ਹੈ ਜੋ ਉਹਨਾਂ ਦੀ ਤਰੱਕੀ ਵਿੱਚ ਰੁਕਾਵਟ ਹੁੰਦਾ ਹੈ। ਇਸ ਲਈ ਸਾਡੀ ਭਲਾਈ ਮਾਨਸਿਕ ਵਿਕਾਰਾਂ ਨੂੰ ਤਿਆਗਣ ਵਿੱਚ ਹੈ। ਕਿਸੇ ਵੀ ਕੰਮ ਨੂੰ ਕਰਨ ਅਤੇ ਉਸ ਵਿੱਚ ਸਫਲਤਾ ਪਾਉਣ ਲਈ ਸਾਨੂੰ ਦਿਮਾਗ ਸ਼ੁੱਧ ਰੱਖਣਾ ਚਾਹੀਦਾ ਹੈ। ਇਸ ਦੇ ਲਈ ਸਾਡੇ ਰਿਸ਼ੀਆਂ, ਭਾਰਤੀ ਵਿਗਿਆਨਕਾਂ ਨੇ ਸਭ ਤੋਂ ਪਹਿਲੀ ਗੱਲ ਨਿਯਮ ਅਤੇ ਦੂਜੀ ਸੰਜਮ ਦੀ ਦੱਸੀ ਹੈ। ਇਹਨਾਂ ਨਾਲ ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਵਧਦੀ ਹੈ ਤੇ ਇਹ ਮਜ਼ਬੂਤ ਹੁੰਦਾ। ਦਿਮਾਗ ਦੀ ਮਜ਼ਬੂਤੀ ਸਰੀਰ ਨੂੰ ਕੰਮ ਕਰਨ ਦੀ ਪ੍ਰੇਰਨਾ ਦਿੰਦੀ ਹੈ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਨਿਯਮ ਅਤੇ ਸੰਜਮ ਤੋਂ ਕੰਮ ਲੈਣਾ ਚਾਹੀਦਾ ਹੈ। ਨਿਯਮ ਸੰਜਮ ਦੇ ਅੰਦਰ ਉਹ ਗੱਲਾਂ ਆਉਂਦੀਆਂ ਹਨ ਜਿਨ੍ਹਾਂ ਦਾ ਸੰਬੰਧ ਆਚਰਣ ਤੋਂ ਹੈ
ਆਚਰਨ ਵਿੱਚ ਸਵੇਰੇ ਉੱਠਣ ਤੋਂ ਲੈ ਕੇ ਸ਼ਾਮ ਹੋਣ ਤੱਕ ਦੇ ਸਾਰੇ ਕਿਰਿਆ ਕਰਮ ਆ ਜਾਂਦੇ ਹਨ। ਜੇਕਰ ਕਿਸੇ ਕਾਰਨ ਕਰਕੇ ਸਾਨੂੰ ਰਾਤ ਨੂੰ ਦੇਰ ਨਾਲ ਸੌਣਾ ਪਵੇ ਤਾਂ ਇਹ ਜ਼ਰੂਰੀ ਹੈ ਕਿ ਅਸੀਂ ਸਵੇਰੇ ਵੀ ਦੇਰ ਨਾਲ ਹੀ ਉੱਠਾਂਗੇ। ਜੇਕਰ ਅਸੀਂ ਦੁਪਹਿਰ ਦਾ ਭੋਜਨ 2 ਵਜੇ ਅਤੇ ਰਾਤ ਦਾ ਭੋਜਨ 10-11 ਵਜੇ ਦੇ ਵਿਚਕਾਰ ਖਾਂਦੇ ਹਾਂ ਤਾਂ ਸਾਡੇ ਸਾਹਮਣੇ ਭੋਜਨ ਪਚਾਉਣ ਦੀ ਸਮੱਸਿਆ ਖੜੀ ਹੋ ਜਾਵੇਗੀ। ਜੇਕਰ ਅਸੀਂ ਦੂਜਿਆਂ ਤੋਂ ਈਰਖਾ ਕਰਦੇ ਹਾਂ ਤਾਂ ਪੱਕਾ ਹੈ ਕਿ ਸਾਡਾ ਮਨ ਦੂਸ਼ਿਤ ਹੋਵੇਗਾ। ਇਹ ਸਾਰੇ ਕੰਮ ਨਿਯਮ ਸੰਜਮ ਦੀ ਸੀਮਾ ਵਿੱਚ ਆਉਂਦੇ ਹਨ। ਇਸ ਲਈ ਸਾਨੂੰ ਆਪਣੇ ਆਪ ਨੂੰ ਬਦਲਣਾ ਚਾਹੀਦਾ। ਭੋਜਨ ਖਾਣ, ਬਿਸਤਰੇ ਤੇ ਜਾਣ, ਕੰਮ ਕਰਨ ਆਦਿ ਦੇ ਲਈ ਪਹਿਲਾਂ ਤੋਂ ਭਾਰਤੀ ਪ੍ਰਣਾਲੀ ਦੇ ਅਨੁਸਾਰ ਕਾਰਜਕ੍ਰਮ ਅਤੇ ਨਿਯਮ ਨਿਰਧਾਰਤ ਕਰ ਲੈਣਾ ਚਾਹੀਦਾ ਹੈ ਅਤੇ ਉਸੇ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਕੁਦਰਤ ਨੇ ਜਦੋਂ ਦਾ ਮਨੁੱਖ ਨੂੰ ਸੱਭਿਅਕ ਅਤੇ ਸੰਸਕ੍ਰਿਤਿਕ ਬਣਾਇਆ ਹੈ, ਉਦੋਂ ਤੋਂ ਹੀ ਉਸ ਨੂੰ ਇਹ ਸਮਝ ਵੀ ਦਿੱਤੀ ਹੈ ਕਿ ਉਹ ਕੁਦਰਤ ਨਾਲ ਜੁੜ ਕੇ ਨਿਯਮ ਬਣਾਵੇ ਅਤੇ ਉਹਨਾਂ ਤੇ ਆਚਰਣ ਵੀ ਕਰੇ। ਦੁਸ਼ਟ ਅਤੇ ਅਤਿਆਚਾਰੀ ਅੰਗਰੇਜ਼ਾਂ ਨੇ ਲਗਭਗ 150 ਸਾਲਾਂ ਤੱਕ ਸਾਡੇ ਦੇਸ਼ ਤੇ ਰਾਜ ਕੀਤਾ। ਇਸ ਸਮੇਂ ਦੌਰਾਨ ਉਹ ਇਸ ਗੱਲ ਦਾ ਜੋੜ ਤੋੜ ਜ਼ਰੂਰ ਕਰਦੇ ਰਹੇ ਕਿ ਭਾਰਤੀ ਸੰਸਕ੍ਰਿਤੀ ਨੂੰ ਨਸ਼ਟ ਕਰਕੇ ਇੱਥੋਂ ਦੇ ਨਿਵਾਸੀਆਂ ਤੇ ਪੱਛਮੀ ਸੰਸਕ੍ਰਿਤੀ ਲੱਦ ਦਿੱਤੀ ਜਾਵੇ। ਇੱਕ ਸੀਮਾ ਤੱਕ ਉਹ ਇਸ ਸਾਜ਼ਿਸ਼ ਭਰੇ ਕੰਮ ਵਿੱਚ ਸਫਲ ਵੀ ਹੋਏ। ਇੰਗਲੈਂਡ ਵਿੱਚ ਲਗਭਗ 9 ਵਜੇ ਤੱਕ ਠੰਡ ਦੀ ਧੁੰਦ ਛਾਈ ਰਹਿੰਦੀ ਹੈ, ਇਸ ਲਈ ਉਹ ਦੇਰ ਨਾਲ ਸੌਂ ਕੇ ਉੱਠਦੇ ਹਨ। ਸੌਂ ਕੇ ਉੱਠਦਿਆਂ ਹੀ ਗੁੱਡ ਮਾਰਨਿੰਗ, ਸ਼ੁਭ ਪ੍ਰਭਾਤ ਕਹਿੰਦੇ ਹਨ। ਆਪਣੀ ਗੁਲਾਮੀ ਦੀ ਪ੍ਰਵਿਰਤੀ ਕਾਰਨ ਉਹਨਾਂ ਦੀ ਸੰਸਕ੍ਰਿਤੀ ਦੀ ਗੱਲ ਅਸੀਂ ਵੀ ਧਾਰਨ ਕਰ ਲਈ, ਜਦੋਂ ਕਿ ਸਾਡੇ ਇੱਥੇ ਤੜਕਾ ਹਮੇਸ਼ਾ ਸੁਖਦਾਈ, ਪ੍ਰੇਰਨਾਦਾਇਕ ਅਤੇ ਸ਼ੁਭ ਹੁੰਦਾ ਹੈ। ਸਾਨੂੰ ਬਣੇ ਬਣਾਏ ਕੁਦਰਤੀ ਸ਼ੁਭ ਪ੍ਰਭਾਤ ਨੂੰ ਗੁੱਡ ਕਹਿਣ ਦੀ ਕੀ ਲੋੜ ਹੈ, ਕਿਉਂਕਿ ਸਾਡੀ ਮਾਨਸਿਕਤਾ ਗੁਲਾਮੀ ਦੀਆਂ ਗੰਢਾਂ ਨੂੰ ਅਜੇ ਵੀ ਖੋਲ ਨਹੀਂ ਸਕੀ। ਇਸੇ ਕਰਕੇ ਉਸ ਗੈਰ ਕੁਦਰਤੀ ਗੱਲ ਨੂੰ ਛੱਡਣਾ ਹੀ ਨਹੀਂ ਚਾਹੁੰਦੇ। ਇਸ ਪ੍ਰਕਾਰ ਦੀਆਂ ਅਨੇਕਾਂ ਗੱਲਾਂ ਹਨ ਜਿਨ੍ਹਾਂ ਨੂੰ ਅਸੀਂ ਅੱਜ ਤੱਕ ਸਾਂਭੀ ਬੈਠੇ ਹਾਂ ਤੇ ਉਹਨਾਂ ਨੂੰ ਦੂਰ ਨਹੀਂ ਕਰਨਾ ਚਾਹੁੰਦੇ। ਪਰੰਤੂ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੀ ਗੁਲਾਮੀ ਦੀ ਮਾਨਸਿਕਤਾ ਨੂੰ ਬਦਲੀਏ ਅਤੇ ਭਾਰਤੀ ਰੀਤੀ ਨੀਤੀ ਦੇ ਅਨੁਸਾਰ ਆਪਣੇ ਮਨ ਮੰਦਰ ਨੂੰ ਪ੍ਰਕਾਸ਼ਮਾਨ ਕਰੀਏ ਤਾਂ ਕਿ ਅਸੀਂ ਹਰੇਕ ਖੇਤਰ ਵਿੱਚ ਸਫਲ ਹੋ ਸਕੀਏ। ਇਸ ਲਈ ਮਨ ਵਿੱਚ ਸੰਕਲਪ ਕਰਨਾ ਪਵੇਗਾ ਕਿ ਪੱਛਮੀ ਸੱਭਿਅਤਾ ਦੀ ਅਸੀਂ ਕੋਈ ਵੀ ਗੱਲ ਮਨਜ਼ੂਰ ਨਹੀਂ ਕਰਾਂਗੇ। ਜਦੋਂ ਵਿਅਕਤੀ ਆਪਣੇ ਮਸਤਕ ਨੂੰ ਆਪਣੇ ਦੇਸ਼ ਅਤੇ ਵਾਤਾਵਰਣ ਦੇ ਅਨੁਸਾਰ ਤਿਆਰ ਕਰ ਲੈਂਦਾ ਹੈ ਤਾਂ ਉਸ ਨੂੰ ਆਪਣੇ ਟੀਚੇ ਵੱਲ ਵਧਣ ਵਿੱਚ ਕੋਈ ਕਠਿਨਾਈ ਨਹੀਂ ਹੁੰਦੀ। ਕੁਝ ਵਿਅਕਤੀ ਇਹ ਪੁੱਛਣਾ ਚਾਹਣਗੇ ਕਿ ਟੀਚੇ ਵੱਲ ਵਧਣ ਲਈ ਅਸੀਂ ਕੀ ਕਰੀਏ। ਇਸ ਦਾ ਉੱਤਰ ਇਹ ਹੈ ਕਿ ਘੱਟੋ ਘੱਟ 1 ਘੰਟਾ ਰੋਜ਼ ਆਪਣੇ ਮਸਤਕ ਨੂੰ ਸ਼ੁੱਧ ਵਿਚਾਰਾਂ ਵੱਲ ਮੋੜ ਲਓ। ਮਨ ਵਿੱਚ ਆਏ ਚੰਗੇ ਵਿਚਾਰਾਂ ਬਾਰੇ ਵਾਰ-ਵਾਰ ਸੋਚੋ। ਇਸ ਵਿਚਕਾਰ ਪ੍ਰਤੀਕਿਰਿਆ ਵਜੋਂ ਬੁਰੇ ਵਿਚਾਰ ਵੀ ਮਨ ਵਿੱਚ ਆਉਣਗੇ, ਜਿਨ੍ਹਾਂ ਨੂੰ ਪਿੱਛੇ ਧੱਕਦੇ ਰਹੋ। ਮਨ ਵਿੱਚ ਸੋਚੋ ਕਿ ਅਸੀਂ ਹਮੇਸ਼ਾ ਚੰਗੇ ਕੰਮ ਹੀ ਕਰਦੇ ਰਹਾਂਗੇ। ਵੈਸ਼ਪੂਰਨ ਭਾਵਨਾਵਾਂ ਅਤੇ ਕ੍ਰੋਧ ਦੇ ਦੌਰੇ ਨੂੰ ਥਾਂ ਨਹੀਂ ਦੇਵਾਂਗੇ। ਦੂਜਿਆਂ ਦੀ ਸੇਵਾ ਸਹਾਇਤਾ ਅਤੇ ਕਲਿਆਣ ਵਿੱਚ ਵੱਧ ਤੋਂ ਵੱਧ ਸਮਾਂ ਲਗਾਵਾਂਗੇ। ਚੰਗੇ ਕੰਮਾਂ ਵਾਸਤੇ ਅਗਰ ਮੌਤ ਵੀ ਆ ਕੇ ਖੜੀ ਹੋ ਜਾਵੇਗੀ ਤਾਂ ਉਸ ਤੋਂ ਵੀ ਨਹੀਂ ਡਰਾਂਗੇ। ਸਪਸ਼ਟ ਗੱਲ ਹੈ ਕਿ ਇਹਨਾਂ ਉਦਾਰ ਵਿਚਾਰਾਂ ਦੇ ਆਉਂਦਿਆਂ ਹੀ ਸਾਡਾ ਮਸਤਕ ਪਵਿੱਤਰ ਹੋ ਜਾਵੇਗਾ। ਇਹ ਪਵਿੱਤਰਤਾ ਸਰੀਰਕ ਸਮਰੱਥਾ ਵਿੱਚ ਵਾਧਾ ਕਰੇਗੀ ਅਤੇ ਉਦੋਂ ਵੱਧ ਕੰਮ ਕਰਨ ਅਤੇ ਵੱਧ ਧਨ ਕਮਾਉਣ ਵੱਲ ਸਾਡੇ ਪੈਰ ਆਪਣੇ ਆਪ ਉੱਠਣ ਲੱਗ ਪੈਣਗੇ। ਕੀ ਇਹ ਹੈਰਾਨੀ ਦੀ ਗੱਲ ਨਹੀਂ ਕਿ ਧਨਵਾਨ ਬਣਨ ਲਈ ਸਾਡੇ ਵਿਚਾਰਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਲਗਾਤਾਰ ਅਭਿਆਸ ਕਰਨ ਦੀ ਆਦਤ ਪਾਓ। ਸਾਡੇ ਜੀਵਨ ਵਿੱਚ ਮਿਹਨਤ ਦਾ ਬਹੁਤ ਮਹੱਤਵ ਹੈ। ਬਿਨਾਂ ਮਿਹਨਤ ਦੇ ਅਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ, ਪਰ ਮਿਹਨਤ ਨੂੰ ਸਾਰਥਕ ਬਣਾਉਣ ਲਈ ਸਾਨੂੰ ਲਗਾਤਾਰ ਕੁਝ ਨਾ ਕੁਝ ਕਰਦੇ ਰਹਿਣਾ ਚਾਹੀਦਾ ਹੈ। ਇਸ ਨਾਲ ਇੱਕ ਪਾਸੇ ਸਾਡੀ ਆਦਤ ਵਿੱਚ ਸੁਧਾਰ ਆਉਂਦਾ ਹੈ ਅਤੇ ਦੂਜੇ ਪਾਸੇ ਸਾਡੀ ਕੰਮ ਕਰਨ ਦੀ ਸਮਰੱਥਾ ਵੱਧਦੀ ਹੈ। ਇਸ ਵਿਚਕਾਰ ਸਾਨੂੰ ਨਿਯਮਿਤ ਰੂਪ ਨਾਲ ਵਿਸ਼ਰਾਮ ਵੀ ਕਰਦੇ ਰਹਿਣਾ ਚਾਹੀਦਾ ਹੈ। ਆਰਾਮ ਅਤੇ ਸੌਣ ਨਾਲ ਸਰੀਰ ਦੀ ਥਕਾਵਟ ਦੂਰ ਹੋ ਜਾਂਦੀ ਹੈ ਅਤੇ ਵਿਅਕਤੀ ਦੂਜੇ ਦਿਨ ਦੇ ਕੰਮ ਲਈ ਤਿਆਰ ਹੋ ਜਾਂਦਾ। ਦੂਜੀ ਗੱਲ ਇਹ ਵੀ ਹੈ ਕਿ ਲਗਾਤਾਰ ਅਭਿਆਸ ਨਾਲ ਜੀਵਨ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਦੇ ਪਲ ਪੈਦਾ ਹੁੰਦੇ ਹਨ। ਅਭਿਆਸ ਕਰਨ ਦੀ ਕਿਰਿਆ ਨਾਲ ਮੂਰਖ ਵੀ ਵਿਦਵਾਨ ਹੋ ਜਾਂਦਾ। ਇਸ ਲਈ ਸਭ ਤੋਂ ਪਹਿਲਾਂ
ਸਾਨੂੰ ਆਪਣੇ ਮਨ ਵਿੱਚੋਂ ਛੋਟੇਪਨ ਜਾਂ ਨਿਰਾਸ਼ਾ ਦਾ ਭਾਵ ਕੱਢ ਦੇਣਾ ਚਾਹੀਦਾ ਹੈ। ਪਰਮਾਤਮਾ ਨੇ ਮਨੁੱਖ ਨੂੰ ਸੰਸਕ੍ਰਿਤਿਕ ਸੁੱਖ ਉਠਾਉਣ ਲਈ ਬਣਾਇਆ ਹੈ। ਉਸ ਵਿੱਚ ਇੰਨੀ ਕੁ ਬੁੱਧੀ ਹੈ ਕਿ ਉਹ ਉਸ ਤੋਂ ਕੰਮ ਲੈ ਕੇ ਹਮੇਸ਼ਾ ਅੱਗੇ ਵਧਣ ਅਤੇ ਤਰੱਕੀ ਕਰਨ ਦਾ ਰਸਤਾ ਲੱਭਣ। ਅਜਿਹਾ ਕਦੇ ਨਹੀਂ ਕਿਹਾ ਗਿਆ ਕਿ ਉਹ ਭਾਵਨਾਵਾਂ ਦਾ ਦਾਸ ਬਣ ਕੇ ਰਹੇ। ਭਾਵਨਾਵਾਂ ਤਾਂ ਕਦੇ-ਕਦੇ ਬਣੇ ਬਣਾਏ ਕੰਮ ਨੂੰ ਵਿਗਾੜ ਦਿੰਦੀਆਂ ਹਨ। ਜੇਕਰ ਪ੍ਰਿਥਵੀ ਰਾਜ ਚੌਹਾਨ ਭਾਵਨਾਵਾਂ ਦੇ ਵੇਗ ਵਿੱਚ ਵਹਿ ਕੇ ਦਇਆ ਭਾਵ ਨਾਲ ਮੁਹੰਮਦ ਗੌਰੀ ਨੂੰ ਨਾ ਛੱਡਦਾ ਤਾਂ ਭਾਰਤ 100 ਸਾਲ ਤੱਕ ਗੁਲਾਮੀ ਦਾ ਚੋਗਾ ਕਦੇ ਨਾ ਪਹਿਨਦਾ। ਕਦੇ-ਕਦੇ ਭਾਵਨਾਵਾਂ ਮਨੁੱਖ ਨੂੰ ਹੇਠਾਂ ਸੁੱਟ ਦਿੰਦੀਆਂ ਹਨ। ਇਸ ਲਈ ਸੰਕਟ ਦੇ ਸਮੇਂ, ਕੰਮ ਦੇ ਸਮੇਂ ਅਤੇ ਮਿਹਨਤ ਅਤੇ ਉਸ ਨਾਲ ਸੰਬੰਧਿਤ ਅਭਿਆਸ ਦੇ ਸਮੇਂ ਸਾਨੂੰ ਭਾਵਨਾਵਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸ ਕੰਟਰੋਲ ਦੀ ਸ਼ਕਤੀ ਤੋਂ ਅਸੀਂ ਗਲਤ ਰਸਤੇ ਤੇ ਜਾਣ ਤੋਂ ਬਚ ਜਾਵਾਂਗੇ। ਦਇਆ, ਵਿਸ਼ਾਲ ਹਿਰਦਾ, ਪਰਉਪਕਾਰ ਆਦਿ ਦਾ ਮਹੱਤਵ ਹਰ ਜਗ੍ਹਾ ਨਹੀਂ ਹੈ, ਕਿਉਂਕਿ ਮਨ ਦੇ ਇਹ ਭਾਵ ਕਦੀ-ਕਦੀ ਬਣੇ ਬਣਾਏ ਕੰਮ ਵਿਗਾੜ ਦਿੰਦੇ ਹਨ ਅਤੇ ਮਨੁੱਖ ਨੂੰ ਇੱਕ ਲੰਮੇ ਸਮੇਂ ਤੱਕ ਦੁੱਖ ਅਤੇ ਕਸ਼ਟ ਭੋਗਣਾ ਪੈਂਦਾ ਹੈ। ਜੇਕਰ ਅਸੀਂ ਵਿਵੇਕ ਤੋਂ ਕੰਮ ਨਹੀਂ ਲਵਾਂਗੇ ਅਤੇ ਭਾਵਨਾਵਾਂ ਵਿੱਚ ਵਹਿ ਕੇ ਆਪਣਾ ਨੁਕਸਾਨ ਆਪ ਕਰ ਲਵਾਂਗੇ ਤਾਂ ਫਿਰ ਇਸ ਵਿੱਚ ਦੂਸਰੇ ਨੂੰ ਦੋਸ਼ ਦੇਣ ਦਾ ਕੀ ਫਾਇਦਾ। ਹਰੇਕ ਮਨੁੱਖ ਵਿੱਚ ਗੁਣ ਅਤੇ ਔਗਣ ਦੋਵੇਂ ਹੁੰਦੇ ਹਨ। ਉਹ ਗੁਣਾਂ ਦੇ ਅਨੁਸਾਰ ਆਪਣੇ ਕੰਮ ਕਰਦਾ ਹੈ, ਪਰ ਕਦੀ-ਕਦੀ ਔਗਣ ਗੁਣਾਂ ਪਛਾਂ ਤੱਕ ਦਿੰਦੇ ਹਨ ਅਤੇ ਉਦੋਂ ਮਨੁੱਖ ਬੁਰਾਈ ਵੱਲ ਵੱਧ ਜਾਂਦਾ। ਇਸ ਲਈ ਸਾਨੂੰ ਆਪਣੀ ਮਾਨਸਿਕ ਸ਼ਕਤੀ ਇੰਨੀ ਪ੍ਰਬਲ ਬਣਾਉਣੀ ਚਾਹੀਦੀ ਹੈ ਜਿਸ ਨਾਲ ਔਗਣਾਂ ਦਾ ਭਾਵ ਛੁਪ ਜਾਵੇ ਅਤੇ ਗੁਣ ਅੱਗੇ ਆਉਣ। ਇਹ ਕੰਮ ਲਗਾਤਾਰ ਅਭਿਆਸ ਦੁਆਰਾ ਸੰਭਵ ਹੈ। ਅਜਿਹਾ ਦੇਖਿਆ ਗਿਆ ਹੈ ਕਿ ਮਨੁੱਖ ਭਾਵਨਾ ਵੇਗ ਵਿੱਚ ਵਹਿ ਕੇ ਬੁਰੇ ਕੰਮਾਂ ਵੱਲ ਛੇਤੀ ਨਾਲ ਵੱਧ ਜਾਂਦਾ ਹੈ। ਆਵੇਸ਼ ਵਿੱਚ ਆਉਣ ਤੇ ਬੁੱਧੀ ਭ੍ਰਸ਼ਟ ਹੋ ਜਾਂਦੀ ਹੈ ਅਤੇ ਉਸ ਦਾ ਸਿੱਟਾ ਬਣੇ ਬਣਾਏ ਕੰਮ ਵਿੱਚ ਰੁਕਾਵਟ ਦਾ ਆਉਣਾ ਹੁੰਦਾ ਹੈ। ਮਨੁੱਖੀ ਜੀਵਨ ਉੱਤਮ ਤੋਂ ਉੱਤਮ ਆਚਰਣ ਕਰਨ ਲਈ ਮਿਲਿਆ ਹੈ, ਪਰ ਇਹ ਨਾ ਕਰਕੇ ਉਲਟਾ ਅਜਿਹੇ ਕੰਮਾਂ ਨੂੰ ਕਰਨਾ ਜਿਨ੍ਹਾਂ ਦਾ ਸਿੱਟਾ ਦੁੱਖ, ਬੇਇੱਜ਼ਤੀ, ਬਹੁਤ ਪਛਤਾਵਾ, ਜੀਵਨ ਵਿੱਚ ਘੋਰ ਅਸ਼ਾਂਤੀ ਆਦਿ ਹੈ, ਕਿੰਨੇ ਵੱਡੇ ਅਨਰਥ ਦੀ ਗੱਲ ਹੈ। ਇਹ ਸਾਰੇ ਅਸੀਂ ਗਲਤ ਭਾਵਨਾਵਾਂ ਵਿੱਚ ਵਹਿ ਕੇ ਕਰ ਜਾਂਦੇ ਹਾਂ। ਇਸ ਲਈ ਸਾਨੂੰ ਕਾਮ, ਕ੍ਰੋਧ, ਲੋਭ ਆਦਿ ਦੇ ਵਸ ਵਿੱਚ ਆ ਕੇ ਕਦੀ ਵੀ ਭਾਵਨਾ ਵਿੱਚ ਨਹੀਂ ਬਹਿਣਾ ਚਾਹੀਦਾ। ਸਦਾ ਧੀਰਜ ਨਾਲ ਵਿਵੇਕਪੂਰਨ ਕਰਤੱਵ ਦਾ ਨਿਸ਼ਟਾ ਕਰਕੇ ਮਨ, ਬਾਣੀ ਅਤੇ ਸਰੀਰ ਨੂੰ ਵਸ ਵਿੱਚ ਰੱਖਦੇ ਹੋਏ ਅਜਿਹੇ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਦਾ ਸਿੱਟਾ ਸੁੱਖ ਅਤੇ ਸ਼ਾਂਤੀ ਹੋਵੇ, ਕਿਉਂਕਿ ਧਨ ਦੌਲਤ ਧੀਰਜ ਅਤੇ ਵਿਵੇਕ ਨਾਲ ਮਿਲਦੀ ਹੈ। ਸਾਨੂੰ ਆਵੇਸ਼ ਵਿੱਚ ਦਿਮਾਗੀ ਸੰਤੁਲਨ ਬਰਕਰਾਰ ਰੱਖਣਾ ਚਾਹੀਦਾ ਹੈ। ਪ੍ਰਹਿਲਾਦ ਨੇ ਦੁੱਖ ਦੇਣ ਵਾਲੇ ਪਿਤਾ ਦੀ ਸਦਗਤੀ ਦੀ ਕਾਮਨਾ ਕੀਤੀ। ਇਸ ਲਈ ਮਨ ਵਿੱਚੋਂ ਵਿਰੋਧੀ ਜਾਂ ਦੂਜਿਆਂ ਨੂੰ ਹਾਨੀ ਪਹੁੰਚਾਉਣ ਵਾਲੇ ਵਿਚਾਰਾਂ ਨੂੰ ਜੜੋਂ ਕੱਢ ਦੇਣਾ ਚਾਹੀਦਾ ਹੈ। ਵਿਰੋਧੀ ਭਾਵਾਂ ਅਤੇ ਵਿਚਾਰਾਂ ਨੂੰ ਵੀ ਸਾਨੂੰ ਸਮਝਣਾ ਚਾਹੀਦਾ ਹੈ। ਉਹਨਾਂ ਦੇ ਦੇਖਦੇ ਹੀ ਮਨ ਵਿੱਚ ਜੋ ਕ੍ਰੋਧ ਦੀ ਜਵਾਲਾ ਭੜਕਦੀ ਹੈ ਉਸ ਨੂੰ ਧੀਰਜ ਭਾਵ ਨਾਲ ਰੋਕਣਾ ਚਾਹੀਦਾ ਹੈ। ਉਹ ਕਮਜ਼ੋਰ ਹੈ ਜੋ ਆਪਣੀ ਗਲਤੀ ਨੂੰ ਨਾ ਮੰਨ ਕੇ ਉਸ ਨੂੰ ਪਕੜੀ ਰੱਖਦਾ ਹੈ। ਉਹ ਬਹਾਦਰ ਹੈ ਜੋ ਆਪਣੀ ਗਲਤੀ ਸਵੀਕਾਰ ਕਰਕੇ ਭਵਿੱਖ ਵਿੱਚ ਗਲਤੀ ਨਾ ਕਰਨ ਦਾ ਨਿਸ਼ਚਾ ਕਰਦਾ ਹੈ। ਬੁਰਾਈਆਂ, ਭੁੱਲਾਂ ਅਤੇ ਬੁਰੇ ਗੁਣ ਕਦਮ ਕਦਮ ਤੇ ਸਾਡੇ ਕੰਮਾਂ ਵਿੱਚ ਰੋੜੇ ਅਟਕਾਉਂਦੇ ਰਹਿੰਦੇ ਹਨ, ਪਰ ਜਦੋਂ ਮਨੁੱਖ ਉਹਨਾਂ ਦਾ ਕਹਿਣਾ ਮੰਨ ਕੇ ਕਿਸੇ ਦੇ ਬਾਰੇ ਬੁਰਾ ਸੋਚਦਾ ਹੈ ਤਾਂ ਉਹ ਖੁਦ ਹੇਠਾਂ ਡਿੱਗ ਪੈਂਦਾ ਹੈ। ਰਾਜਾ ਸ਼ਾਂਤਨੂ ਬੁੱਢੇ ਸਨ। ਉਹਨਾਂ ਦੇ ਪੁੱਤਰ ਭੀਸ਼ਮ ਜਵਾਨ ਸਨ, ਬਹਾਦਰ ਸਨ। ਉਹਨਾਂ ਦਾ ਵਿਆਹ ਅਤੇ ਰਾਜ ਅਭਿਸ਼ੇਕ ਹੋਣ ਵਾਲਾ ਸੀ। ਇਸੇ ਦੌਰਾਨ ਸ਼ਾਂਤਨੂ ਦੀ ਸਤਿਆਵਤੀ ਨਾਮਕ ਕੰਨਿਆ ਨਾਲ ਵਿਆਹ ਕਰਨ ਦੀ ਇੱਛਾ ਹੋਈ। ਸਤਿਆਵਤੀ ਦੇ ਪਿਤਾ ਨੇ ਕਿਹਾ ਕਿ ਜੇਕਰ ਸਤਿਆਵਤੀ ਦੇ ਪੁੱਤਰ ਨੂੰ ਹੀ ਰਾਜ ਮਿਲੇ ਤਾਂ ਹੀ ਵਿਆਹ ਹੋ ਸਕਦਾ। ਇੱਥੇ ਦੋ ਸ਼ਰਤਾਂ ਸਾਹਮਣੇ ਆਈਆਂ। ਭੀਸ਼ਮ ਨੂੰ ਰਾਜਪਾਟ ਨਾ ਮਿਲੇ ਅਤੇ ਉਹ ਜੀਵਨ ਭਰ ਕੁਆਰਾ ਰਹੇ। ਦੋਵੇਂ ਹੀ ਸ਼ਰਤਾਂ ਧਰਮ ਅਤੇ ਰਾਜਨੀਤੀ ਦੇ ਵਿਰੁੱਧ ਸਨ। ਸ਼ਾਂਤਨੂ ਕਿਵੇਂ ਮੰਨਦੇ ਅਤੇ ਭੀਸ਼ਮ ਤੋਂ ਵੀ ਕਿਵੇਂ ਪੁੱਛਦੇ, ਉਹ ਚੁੱਪ ਰਹੇ। ਪਰ ਉਹਨਾਂ ਦੇ ਮਨ ਦੀ ਕਾਮਨਾ ਅੰਦਰ ਹੀ ਅੰਦਰ ਉਹਨਾਂ ਨੂੰ ਦੁਖੀ ਕਰਨ ਲੱਗੀ। ਅਜਿਹੀ ਦਸ਼ਾ ਵਿੱਚ ਭੀਸ਼ਮ ਨੇ ਪਿਤਾ ਦੀ ਉਦਾਸੀ ਦਾ ਪਤਾ ਲਗਾਇਆ ਅਤੇ ਸਾਰੀਆਂ ਗੱਲਾਂ ਜਾਣ ਕੇ ਆਪ ਸਤਿਆਵਤੀ ਦੇ ਪਿਤਾ ਕੋਲ ਜਾ ਕੇ ਇਹ ਪ੍ਰਤੱਗਿਆ ਕੀਤੀ, ਮੈਂ ਕਦੀ ਰਾਜਗੱਦੀ ਤੇ ਨਹੀਂ ਬੈਠਾਂਗਾ
ਅਤੇ ਜੀਵਨ ਭਰ ਵਿਆਹ ਨਹੀਂ ਕਰਾਂਗਾ। ਪਿਤਾ ਦਾ ਵਿਆਹ ਹੋ ਗਿਆ, ਭੀਸ਼ਮ ਜੀਵਨ ਭਰ ਕੁਆਰੇ ਰਹੇ। ਹੁਣ ਆਉਂਦੀ ਹੈ ਅਮੀਰ ਬਣਨ ਦੀ ਗੱਲ, ਜੋ ਸਾਨੂੰ ਧਨ ਕਮਾਉਣ ਦੀ ਭਾਵਨਾ ਮਨ ਵਿੱਚ ਸਜਾ ਕੇ ਦਿਨ ਰਾਤ ਕੰਮ ਕਰਨਾ ਚਾਹੀਦਾ ਹੈ। ਕੰਮ ਕਰਨ ਤੋਂ ਪਹਿਲਾਂ ਚੰਗੇ ਢੰਗ ਨਾਲ ਸੋਚਣਾ ਵਿਚਾਰਨਾ ਚਾਹੀਦਾ। ਜੇਕਰ ਅਸੀਂ ਹੌਲੀ-ਹੌਲੀ ਆਪਣੇ ਆਪ ਨੂੰ ਬਦਲਣ ਦੀ ਕਿਰਿਆ ਕਰਾਂਗੇ ਤਾਂ ਦੇਖਾਂਗੇ ਅਸਲ ਵਿੱਚ ਸਾਡਾ ਜੀਵਨ ਬਦਲ ਗਿਆ ਹੈ। ਇਸ ਦੇ ਲਈ ਸਾਨੂੰ ਆਪਣੀ ਸਾਰੀ ਸ਼ਕਤੀ ਉਸ ਪਾਸੇ ਲਗਾ ਦੇਣੀ ਚਾਹੀਦੀ ਹੈ। ਦੇਖਿਆ ਗਿਆ ਹੈ ਕਿ ਅਣਥੱਕ ਮਿਹਨਤ ਅਤੇ ਨਿਰੰਤਰ ਅਭਿਆਸ ਦਾ ਫਲ ਮਿੱਠਾ ਹੁੰਦਾ ਹੈ। ਜੋ ਵਿਅਕਤੀ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਉਹ ਸਾਰਿਆਂ ਨੂੰ ਜਿੱਤ ਲੈਂਦਾ ਹੈ। ਅਜਿਹਾ ਮਨੁੱਖ ਕਦੀ ਵੀ ਘਾਟੇ ਵਿੱਚ ਨਹੀਂ ਰਹਿੰਦਾ। ਧਨਵਾਨ ਬਣਨ ਲਈ ਆਪਣੀ ਮਨੋ ਪ੍ਰਵਿਰਤੀ ਵਿੱਚ ਪਰਿਵਰਤਨ ਲਿਆਓ। ਧਨ ਸੰਪਦਾ ਦੇ ਵਿਚਾਰਾਂ ਨਾਲ ਭਰਪੂਰਨ ਹੋ ਜਾਓ। ਸੋਚਣ ਵਿਚਾਰਨ ਵਿੱਚ ਕੰਜੂਸੀ ਨਾ ਕਰੋ। ਵਚਨ ਵਿੱਚ ਦਰਿਦਰਤਾ ਨਾ ਦਿਖਾਓ। ਆਕਾਰ, ਨਿਮਤ ਚੇਸ਼ਟਾ, ਭਾਸ਼ਣ, ਹਾਵ ਭਾਵ ਅਤੇ ਵੇਸ਼ ਭੂਸ਼ਾ ਤੋਂ ਦਰਿਦਰ ਨਾ ਬਣੋ। ਆਪਣੇ ਆਪ ਨੂੰ ਤੁੱਛ ਨਾ ਸਮਝੋ। ਆਪਣੇ ਕੰਮ ਨੂੰ ਕਰਨਾ ਤੇ ਅੱਗੇ ਵਧਣਾ ਤੁਹਾਡਾ ਉਦੇਸ਼ ਹੋਣਾ ਚਾਹੀਦਾ। ਤੁਹਾਡੇ ਵਿਚਾਰ ਸ਼ੁੱਧ ਹਨ ਅਤੇ ਤੁਹਾਡੇ ਸੋਚਣ ਦਾ ਤਰੀਕਾ ਠੀਕ ਹੈ ਤਾਂ ਤੁਹਾਡਾ ਜੀਵਨ ਵੀ ਸਹੀ ਢੰਗ ਨਾਲ ਹੋਏਗਾ। ਜੇਕਰ ਤੁਹਾਡੀਆਂ ਇੱਛਾਵਾਂ ਚੰਗੀਆਂ ਹਨ ਤਾਂ ਉਹਨਾਂ ਦਾ ਸਿੱਟਾ ਵੀ ਚੰਗਾ ਹੋਏਗਾ। ਤੁਸੀਂ ਦੇਖੋ ਜਾਂ ਨਾ, ਪਰ ਜਦੋਂ ਤੁਸੀਂ ਠੀਕ ਹੋਵੋਗੇ ਤਾਂ ਸਭ ਕੁਝ ਠੀਕ ਹੋ ਜਾਵੇਗਾ। ਜੀਵਨ ਪ੍ਰਣਾਲੀ ਵਿੱਚ ਸੁਖਦਾਈ ਬਦਲਾਅ ਲਿਆਓ। ਜੋ ਮਨੁੱਖ ਆਪਣੇ ਜੀਵਨ ਟੀਚੇ ਨੂੰ ਛੋਟਾ ਬਣਾ ਲੈਂਦਾ ਹੈ ਉਹ ਕਦੇ ਵੀ ਅਮੀਰ ਨਹੀਂ ਬਣ ਸਕਦਾ। ਧਨਵਾਨ ਬਣਨ ਲਈ ਵਿਅਕਤੀ ਨੂੰ ਅਗਾਂਹ-ਵਧੂ ਖਿਆਲਾਂ ਦਾ ਹੋਣਾ ਚਾਹੀਦਾ ਹੈ ਅਤੇ ਆਪਣੇ ਸੁੱਖਾਂ ਦੇ ਘੇਰੇ ਨੂੰ ਬਰਾਬਰ ਵਧਾਉਂਦੇ ਰਹਿਣਾ ਚਾਹੀਦਾ ਹੈ। ਜੇਕਰ ਉਹ ਥੋੜਾ ਸਾਧਨ ਪਾ ਕੇ ਸ਼ਾਂਤ ਹੋ ਕੇ ਬੈਠ ਜਾਵੇਗਾ ਤਾਂ ਅੱਗੇ ਵਧਣ ਦੇ ਸਾਰੇ ਸਰੋਤ ਸੁੱਕ ਜਾਣਗੇ। ਇਸ ਲਈ ਸਾਨੂੰ ਮਨ ਤੋਂ ਹਾਰ ਕੇ ਕਦੀ ਵੀ ਚੁੱਪਚਾਪ ਨਹੀਂ ਬੈਠਣਾ ਚਾਹੀਦਾ। ਜੇਕਰ ਕਿਸੇ ਕਾਰਨ ਕਰਕੇ ਸਾਨੂੰ ਕਿਸੇ ਕੰਮ ਜਾਂ ਰੁਜ਼ਗਾਰ ਵਿੱਚ ਘਾਟਾ ਹੁੰਦਾ ਹੈ ਤਾਂ ਸਾਨੂੰ ਦੂਜਾ, ਤੀਜਾ ਜਾਂ ਚੌਥਾ ਕੰਮ ਪਕੜਨਾ ਚਾਹੀਦਾ ਹੈ। ਇਹ ਕ੍ਰਮ ਉਦੋਂ ਤੱਕ ਜਾਰੀ ਰੱਖਣਾ ਚਾਹੀਦਾ ਹੈ ਜਦੋਂ ਤੱਕ ਰੁਜ਼ਗਾਰ ਲਾਭ ਦੀ ਸੀਮਾ ਤੱਕ ਨਾ ਆ ਜਾਵੇ। ਜੇਕਰ ਪਹਿਲੇ ਘਾਟੇ ਤੇ ਹੀ ਅਸੀਂ ਆਪਣੇ ਚਿਹਰੇ ਨੂੰ ਉਦਾਸ ਅਤੇ ਦੁਖੀ ਬਣਾ ਲਵਾਂਗੇ ਤਾਂ ਕਦੀ ਕੁਝ ਨਹੀਂ ਕਰ ਪਾਵਾਂਗੇ। ਫੋਰਡ ਨੇ ਜਦੋਂ ਮੋਟਰ ਕਾਰ ਬਣਾਉਣ ਦਾ ਕਾਰਖਾਨਾ ਖੋਲ੍ਹਿਆ ਸੀ ਤਾਂ ਉਸ ਕੋਲ ਬਹੁਤ ਥੋੜਾ ਧਨ ਸੀ। ਪਹਿਲੀ ਵਾਰੀ ਬਣਾਉਣ ਤੇ ਉਸ ਨੂੰ ਘਾਟਾ ਹੋਇਆ, ਪਰ ਉਸਨੇ ਹਿੰਮਤ ਨਹੀਂ ਹਾਰੀ ਅਤੇ ਉਹ ਮੂੰਹ ਲਟਕਾ ਕੇ ਨਹੀਂ ਬੈਠਿਆ। ਉਹ ਪੂਰੀ ਸ਼ਕਤੀ ਨਾਲ ਕਾਰਖਾਨੇ ਵਿੱਚ ਪਰਿਵਰਤਨ ਕਰਨ ਲਈ ਜੀ ਜਾਨ ਨਾਲ ਜੁਟ ਗਿਆ। ਕੁਝ ਹੀ ਦਿਨਾਂ ਵਿੱਚ ਉਹ ਬਹੁਤ ਅਮੀਰ ਬਣ ਗਿਆ। ਇਸ ਲਈ ਮਨ ਨੂੰ ਕਦੇ ਵੀ ਛੋਟਾ ਨਹੀਂ ਮੰਨਣਾ ਚਾਹੀਦਾ। ਸਾਡਾ ਮਨ ਬਹੁਤ ਵਿਸ਼ਾਲ ਹੈ, ਬਸ ਸ਼ੁੱਧ ਬੁੱਧੀ ਨਾਲ ਸਾਨੂੰ ਪਹਿਚਾਨਣ ਦੀ ਲੋੜ ਹੈ। ਵਿਦਵਾਨਾਂ ਦਾ ਕਹਿਣਾ ਹੈ ਕਿ ਮਨ ਨੂੰ ਜ਼ਹਿਰੀਲਾ ਬਣਾਉਣ ਵਾਲੇ ਵਿਚਾਰਾਂ ਨੂੰ ਸਦਾ ਪਿੱਛੇ ਧੱਕਦੇ ਰਹਿਣਾ ਚਾਹੀਦਾ ਹੈ ਤਾਂ ਕਿ ਜੀਵਨ ਪੱਧਤੀ ਵਿੱਚ ਸੁਖਦਾਈ ਪਰਿਵਰਤਨ ਲਿਆਂਦਾ ਜਾ ਸਕੇ। ਮਨ ਨੂੰ ਦੂਸ਼ਿਤ ਅਤੇ ਜ਼ਹਿਰੀਲੇ ਬਣਾਉਣ ਵਾਲੇ ਕੁਝ ਤੱਤ ਹਨ, ਜਿਵੇਂ ਗਲਤ ਖਾਣਾ ਪੀਣਾ, ਗਲਤ ਵਿਚਾਰ, ਗਲਤ ਢੰਗ ਨਾਲ ਦਿਨ ਦਾ ਪ੍ਰੋਗਰਾਮ ਬਣਾਉਣਾ ਆਦਿ। ਮਨ ਵਿੱਚ ਘ੍ਰਿਣਾ, ਬਦਲਾ, ਈਰਖਾ ਅਤੇ ਦਵੇਸ਼ ਵੀ ਤਰ੍ਹਾਂ-ਤਰ੍ਹਾਂ ਦੇ ਰੋਗਾਂ ਨੂੰ ਜਨਮ ਦਿੰਦੇ ਹਨ। ਜੇਕਰ ਅਸੀਂ ਹਰ ਸਮੇਂ ਦੂਜਿਆਂ ਨੂੰ ਹਾਨੀ ਪਹੁੰਚਾਉਣ ਬਾਰੇ ਸੋਚਦੇ ਰਹਿੰਦੇ ਹਾਂ ਤਾਂ ਇਹ ਮਨੋਰੋਗ ਹੈ। ਇਸ ਤੋਂ ਬਚਣ ਦਾ ਸਭ ਤੋਂ ਸਰਲ ਉਪਾਅ ਹੈ ਚੰਗੇ ਵਿਚਾਰਾਂ ਨੂੰ ਥਾਂ ਦੇਣੀ, ਦੂਜਿਆਂ ਲਈ ਭਲੇ ਦੀ ਕਾਮਨਾ ਕਰਨੀ ਆਦਿ। ਚੰਗੇ ਵਿਚਾਰਾਂ ਨਾਲ ਮਨ ਪਵਿੱਤਰ ਰਹਿੰਦਾ ਹੈ। ਜਦੋਂ ਮਨ ਪਵਿੱਤਰ ਰਹਿੰਦਾ ਹੈ ਤਾਂ ਉਦਾਸੀ ਅਤੇ ਥਕਾਵਟ ਲਾਗੇ ਨਹੀਂ ਆਉਂਦੀ। ਅਸੀਂ ਕੰਮ ਤੋਂ ਜੀ ਨਹੀਂ ਚਰਾਉਂਦੇ। ਬਸ ਇਹੀ ਭਾਵਨਾ ਸਾਡੇ ਜੀਵਨ ਨੂੰ ਸੁਖੀ ਅਤੇ ਖੁਸ਼ਹਾਲ ਬਣਾਉਂਦੀਆਂ ਹਨ। ਇੱਥੇ ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੁਝ ਗੱਲਾਂ ਅਜਿਹੀਆਂ ਵੀ ਹਨ ਜੋ ਦੋਸ਼ਪੂਰਨ ਹੁੰਦਿਆਂ ਵੀ ਕਲਿਆਣਕਾਰੀ ਹਨ। ਜਿਵੇਂ ਜੇਕਰ ਕਿਸੇ ਦਾ ਭਲਾ ਹੁੰਦਾ ਹੋਵੇ ਤਾਂ ਉਸ ਲਈ ਬੋਲਿਆ ਝੂਠ ਕਿਤੇ ਹਜ਼ਾਰਾਂ ਸੱਚਾਂ ਤੋਂ ਚੰਗਾ ਹੈ। ਪਰ ਸੱਚਾਈ ਇਹੀ ਹੈ ਕਿ ਦੁਰਗੁਣਾਂ ਨੂੰ ਮਾਨਤਾ ਦੇ ਕੇ ਸਾਨੂੰ ਆਪਣੇ ਜੀਵਨ ਨੂੰ ਖਰਾਬ ਨਹੀਂ ਕਰਨਾ ਚਾਹੀਦਾ। ਕੁਦਰਤ ਨੇ ਸਾਡੇ ਸਾਹਮਣੇ ਅਨੇਕ ਅਜਿਹੇ ਕਾਰਜ ਸਿੱਧ ਕੀਤੇ ਹਨ ਜਿਨ੍ਹਾਂ ਤੇ ਚੱਲ ਕੇ ਅਸੀਂ ਆਪਣੇ ਲਈ ਸਦ ਮਾਰਗ ਦਾ ਨਿਸ਼ਚਾ ਕਰ ਸਕਦੇ ਹਾਂ ਅਤੇ ਜੀਵਨ ਪ੍ਰਣਾਲੀ ਨੂੰ ਸੁੱਖ ਦੀ ਸੀਮਾ ਦੇ ਅੰਦਰ ਲਿਆ ਸਕਦੇ ਹਾਂ। ਉਦਾਹਰਣ ਲਈ, ਕੁਦਰਤ ਨੇ ਮਨੁੱਖ ਦੀ ਭੁੱਖ ਮਿਟਾਉਣ ਲਈ ਅਨਾਜ, ਫਲ, ਦੁੱਧ, ਮੇਵੇ ਆਦਿ ਬਣਾਏ ਹਨ। ਫਿਰ ਵੀ ਮਨੁੱਖ ਜਾਨਵਰਾਂ ਨੂੰ ਮਾਰ ਕੇ
ਉਹਨਾਂ ਦਾ ਮਾਸ ਖਾਣ ਦੇ ਉਪਯੋਗ ਵਿੱਚ ਲਿਆਉਂਦਾ ਹੈ। ਮਾਸ ਦਾ ਦੂਸ਼ਿਤ ਪ੍ਰਭਾਵ ਸਾਡੀਆਂ ਆਂਦਰਾਂ ਤੇ ਪੈਂਦਾ ਹੈ ਅਤੇ ਸਾਨੂੰ ਤਰ੍ਹਾਂ-ਤਰ੍ਹਾਂ ਦੇ ਰੋਗ ਹੋ ਜਾਂਦੇ ਹਨ। ਸਵਾਦ ਦੇ ਤੱਤ ਪਾਚਨ ਕਿਰਿਆ ਨੂੰ ਦਰੁਸਤ ਕਰਦੇ ਹਨ। ਕੁਦਰਤ ਨੇ ਹਰੇਕ ਵਸਤੂ ਦਾ ਨਿਰਮਾਣ ਲੋੜ ਅਨੁਸਾਰ ਕੀਤਾ ਹੈ। ਸਾਡਾ ਕਰਤੱਵ ਹੈ ਕਿ ਕੁਦਰਤ ਦੀ ਆਵਾਜ਼ ਨੂੰ ਪਹਿਚਾਣ ਕੇ ਕੰਮ ਕਰੀਏ। ਜੀਵਨ ਪ੍ਰਣਾਲੀ ਨੂੰ ਸਹੀ ਰਸਤੇ ਤੇ ਲਿਆਉਣ ਲਈ ਸਾਨੂੰ ਆਪਣੇ ਵਿਚਾਰਾਂ ਤੇ ਕੰਟਰੋਲ ਕਰਨਾ ਚਾਹੀਦਾ ਹੈ। ਇਸ ਨਾਲ ਮਨ ਦੀ ਸਥਿਤੀ ਸ਼ਾਂਤ, ਸੰਤੁਲਿਤ ਅਤੇ ਸਾਤਵਿਕ ਰਹਿੰਦੀ ਹੈ। ਕੰਮ ਕਰਨ ਵਿੱਚ ਵੀ ਮਨ ਲੱਗਾ ਰਹਿੰਦਾ ਹੈ। ਜੇਕਰ ਕਿਸੇ ਕਾਰਨ ਵਸ ਸਾਡੇ ਮਨ ਨੂੰ ਕਮਜ਼ੋਰ ਬਣਾਉਣ ਵਾਲੇ ਵਿਚਾਰ ਹਿਰਦੇ ਵਿੱਚ ਉੱਠਣ ਤਾਂ ਉਹਨਾਂ ਦਾ ਰਾਹ ਮੋੜ ਦੇਣਾ ਚਾਹੀਦਾ ਹੈ। ਕ੍ਰੋਧ ਨੂੰ ਰਚਨਾਤਮਕ ਕੰਮਾਂ ਵਿੱਚ, ਘ੍ਰਿਣਾ ਨੂੰ ਪਰਉਪਕਾਰ ਵਿੱਚ ਅਤੇ ਈਰਖਾ ਨੂੰ ਪਰ ਸੇਵਾ ਵਿੱਚ ਬਦਲਿਆ ਜਾ ਸਕਦਾ ਹੈ। ਕਾਮ ਵਾਸਨਾ ਦੇ ਵਿਚਾਰਾਂ ਨੂੰ ਕਲਾ ਕੌਸ਼ਲ ਦੇ ਕੰਮਾਂ ਵਿੱਚ ਲਗਾ ਕੇ ਬਦਲਿਆ ਜਾ ਸਕਦਾ ਹੈ। ਅਜਿਹਾ ਕਰਨ ਨਾਲ ਦਿਲ ਸ਼ਕਤੀਸ਼ਾਲੀ ਬਣਿਆ ਰਹੇਗਾ ਅਤੇ ਦੁਰਲਭਤਾ ਦਾ ਪ੍ਰਭਾਵ ਨਹੀਂ ਪਵੇਗਾ। ਅਸੀਂ ਆਪਣੀਆਂ ਕਮਜ਼ੋਰੀਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਾਂ, ਇਸ ਲਈ ਸਾਨੂੰ ਉਹਨਾਂ ਤੋਂ ਛੁਟਕਾਰਾ ਪਾਉਣ ਦੇ ਉਪਾਅ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਇਹ ਕਮਜ਼ੋਰੀਆਂ ਹਨ ਜੋ ਸਾਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ। ਇਹਨਾਂ ਤੇ ਜਿੱਤ ਪ੍ਰਾਪਤ ਕਰਨ ਦਾ ਸੌਖਾ ਤਰੀਕਾ ਹੈ ਮਨ ਦੀ ਮੈਲ ਨੂੰ ਧੋਂਦੇ ਰਹਿਣਾ। ਜਦੋਂ ਮਨ ਮੈਲ ਰਹਿਤ ਹੋਏਗਾ ਤਾਂ ਹੀ ਦੂਜਿਆਂ ਦੀ ਭਲਾਈ ਬਾਰੇ ਸੋਚੇਗਾ, ਆਪਣੇ ਰੁਜ਼ਗਾਰ ਵਿੱਚ ਨਵੀਆਂ ਆਈਟਮਾਂ ਦਾ ਨਿਰਮਾਣ ਕਰਨ ਦੀਆਂ ਤਰਕੀਬਾਂ ਸੋਚੇਗਾ। ਇਹੀ ਤਰਕੀਬਾਂ ਉਸ ਨੂੰ ਧਨਵਾਨ ਬਣਾਉਣ ਦੀ ਸ਼ਕਤੀ ਪ੍ਰਦਾਨ ਕਰਨਗੀਆਂ ਅਤੇ ਉਸ ਨੂੰ ਟਾਟਾ, ਬਿਰਲਾ, ਡਾਲਮੀਆ, ਮੋਦੀ ਆਦਿ ਦੇ ਸਾਹਮਣੇ ਖੜਾ ਕਰਨਗੀਆਂ। ਇਸ ਲਈ ਨਿਰਾਸ਼ਾ ਨੂੰ ਦੂਰ ਕਰਕੇ ਆਸ਼ਾ, ਉਮੀਦ ਦਾ ਦਾਮਨ ਫੜੋ। ਦ੍ਰਿੜਤਾ ਨੂੰ, ਸ਼ੱਕ ਨੂੰ ਦੂਰ ਕਰਕੇ ਕਿਰਿਆਸ਼ੀਲਤਾ ਨੂੰ ਥਾਂ ਦੇਣੀ ਚਾਹੀਦੀ ਹੈ। ਇਸ ਦੁਨੀਆ ਵਿੱਚ ਅਜਿਹੇ ਲੋਕਾਂ ਦੀ ਕਮੀ ਨਹੀਂ ਹੈ ਜੋ ਕਿਸਮਤ ਦੇ ਸਹਾਰੇ ਜਿੰਦਾ ਰਹਿਣਾ ਚਾਹੁੰਦੇ ਹਨ, ਪਰ ਯਾਦ ਰੱਖਣ ਦੀ ਗੱਲ ਹੈ ਕਿ ਕਿਸਮਤ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਪੈਦਾ ਕਰਦੀ ਹੈ, ਰੁਕਾਵਟ ਨੂੰ ਦੂਰ ਨਹੀਂ ਕਰਦੀ। ਅਸਲ ਵਿੱਚ ਕਿਸਮਤ ਮਨੁੱਖ ਦੀ ਦੁਰਲਭਤਾ ਤੇ ਪਰਦਾ ਪਾਉਂਦੀ ਹੈ, ਪਰ ਅਸੀਂ ਅਕਸਰ ਆਪਣੇ ਕੰਮ ਕਰਨ ਦੀ ਸ਼ਕਤੀ ਨੂੰ, ਕਮਜ਼ੋਰੀ ਨੂੰ ਛੁਪਾ ਕੇ ਕਿਸਮਤ ਨੂੰ ਦੋਸ਼ ਦੇਣ ਲੱਗਦੇ ਹਾਂ ਅਤੇ ਪਛੜ ਜਾਂਦੇ ਹਾਂ। ਇੱਕ ਵਿਅਕਤੀ ਕਾਰ ਵਿੱਚ ਬੈਠ ਕੇ ਕਿਸੇ ਚੀਜ਼ ਦੀ ਮਸ਼ਹੂਰੀ ਕਰਨ ਲਈ ਮੁਫਤ ਚਾਹ ਪੱਤੀ ਦੇ ਪੈਕਟ ਵੰਡ ਰਿਹਾ ਹੈ। ਉਹਨਾਂ ਪੈਕਟਾਂ ਨੂੰ ਹਜ਼ਾਰਾਂ ਵਿਅਕਤੀਆਂ ਨੇ ਪ੍ਰਾਪਤ ਕਰ ਲਿਆ ਹੈ, ਲੇਕਿਨ ਜਦੋਂ ਅਸੀਂ ਕਾਰ ਵੱਲ ਦੌੜਦੇ ਹਾਂ ਤਾਂ ਸਾਡਾ ਪੈਰ ਫਿਸਲ ਜਾਂਦਾ ਹੈ, ਅਸੀਂ ਡਿੱਗ ਪੈਂਦੇ ਹਾਂ, ਅਸੀਂ ਪੈਕਟ ਪ੍ਰਾਪਤ ਨਹੀਂ ਕਰ ਸਕੇ। ਇਸ ਵਿੱਚ ਦੋਸ਼ ਕਿਸ ਦਾ ਹੈ? ਕਿਸ ਦੀ ਕਮੀ ਹੈ? ਅਸੀਂ ਕਿਸਮਤ ਦੇ ਮੱਥੇ ਦੋਸ਼ ਮੜ ਦਿੰਦੇ ਹਾਂ। ਜੇ ਸਾਡੇ ਕਰਮਾਂ ਵਿੱਚ ਹੁੰਦਾ ਤਾਂ ਮਿਲਦਾ ਨਾ, ਅਸੀਂ ਡਿੱਗਦੇ ਹੀ ਕਿਉਂ? ਅਸਲ ਵਿੱਚ ਕਿਸਮਤ ਸਾਡੀ ਕਮਜ਼ੋਰੀ ਦੀ ਪਟਾਰੀ ਹੈ ਜੋ ਸਾਡੇ ਕੰਮਾਂ ਨੂੰ ਖੋਹ ਕੇ ਉਸ ਵਿੱਚ ਬੰਦ ਕਰ ਦਿੰਦੀ ਹੈ। ਆਪਣੀ ਕਮਜ਼ੋਰੀ, ਆਪਣੇ ਦੋਸ਼ ਅਤੇ ਆਪਣੇ ਆਲਸ ਨੂੰ ਛੁਪਾ ਕੇ ਕੁਝ ਵੀ ਨਾ ਕਰਨ ਨਾਲ ਰੱਬ ਵੀ ਨਾਰਾਜ਼ ਹੋ ਜਾਂਦਾ ਹੈ। ਉਹ ਰੋਜੀ ਉਸੇ ਨੂੰ ਦਿੰਦਾ ਹੈ ਅਤੇ ਉਹ ਧਨਵਾਨ ਉਸੇ ਨੂੰ ਬਣਾਉਂਦਾ ਹੈ ਜੋ ਹਜ਼ਾਰ ਵਾਰ ਡਿੱਗਦੇ ਹਨ ਮਗਰ ਫਿਰ ਉੱਠ ਕੇ ਖੜੇ ਹੋ ਜਾਂਦੇ ਹਨ। ਕਿਸੇ ਵੱਲ ਮੂੰਹ ਚੱਕ ਕੇ ਤੱਕਦੇ ਨਹੀਂ, ਜੋ ਕਿਸਮਤ ਨੂੰ ਦੋਸ਼ ਨਹੀਂ ਦਿੰਦੇ। ਅਸਲ ਵਿੱਚ ਸਾਡੀਆਂ ਕਮੀਆਂ ਅਤੇ ਕਮਜ਼ੋਰੀਆਂ ਸਾਨੂੰ ਗਰੀਬ ਬਣਾ ਦਿੰਦੀਆਂ ਹਨ। ਨਾ ਕਿਧਰੇ ਕਿਸਮਤ ਹੈ ਤੇ ਨਾ ਹੀ ਕਿਧਰੇ ਪਾਪ। ਕਿਸਮਤ ਤਾਂ ਕਰਮ ਅੰਦਰ ਲੁਕੀ ਹੋਈ ਹੈ। ਕਿਸਮਤ ਸਾਡੇ ਤੋਂ ਕਿਤੇ ਬਾਹਰ ਨਹੀਂ ਹੈ ਅਤੇ ਕਿਸਮਤ ਕੋਈ ਜਾਦੂ ਜਾਂ ਚਮਤਕਾਰ ਨਹੀਂ ਹੈ। ਇਹ ਤਾਂ ਬਸ ਸਾਡੇ ਮਨ ਦੀ ਕਮਜ਼ੋਰੀ ਹੈ। ਪੁਰਖਾਂ ਨੇ ਕਮਜ਼ੋਰਾਂ, ਡਰਪੋਕਾਂ, ਵਿਹਲਿਆਂ, ਪਾਪੀਆਂ ਆਦਿ ਦੇ ਹੱਥਾਂ ਵਿੱਚ ਕਿਸਮਤ ਰੂਪੀ ਪੱਖਾ ਦੇ ਦਿੱਤਾ ਹੈ ਤਾਂ ਕਿ ਉਹ ਉਸ ਨੂੰ ਹਿਲਾ ਜੁਲਾ ਕੇ ਖੁਦ ਹਵਾ ਖਾਂਦੇ ਰਹਿਣ। ਕਿਸਮਤ ਸਾਹਸੀ ਅਤੇ ਹਿੰਮਤੀ ਬੰਦੇ ਦੀ ਮਾਰਗਦਰਸ਼ਕ ਬਣਦੀ ਹੈ। ਲੇਖਕ ਸਵੇਟ ਮਾਰਡੇਨ, ਆਵਾਜ਼ ਗੁਰਜੰਟ ਸਿੰਘ ਰੂਪੋਵਾਲੀ। ਜੇ ਆਪ ਜੀ ਨੂੰ ਇਹ ਵਿਚਾਰ ਚੰਗਾ ਲੱਗਾ ਹੈ ਤਾਂ ਦੂਜਿਆਂ ਨਾਲ ਵੀ ਸਾਂਝਾ ਕਰੋ।